ਫਤਿਹ। ਭਗਤ ਵਸ਼ਲ ਪਤਿਤ ਪਾਵਨ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਤਿਗੁਰਾਂ ਦੀ ਮਿਹਰਾਮਤ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਗੁਰੂ ਕੀਆਂ ਸੰਗਤਾਂ ਜੁੜ ਬੈਠੀਆਂ ਹਨ, ਇਸ ਸਮੇਂ ਦੀ ਬਹੁਤ ਹੀ ਸ਼ਿੱਦਤ ਦੇ ਨਾਲ ਉਡੀਕ ਕਰਦੀਆਂ ਹਨ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਤਨਾਸਰੀ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ ਸਭਨਾਂ ਦੇ ਸਾਜਨ, ਮੂਰਤ ਪੰਚ ਪ੍ਰਮਾਣ ਪੁਰਖ ਕਲਯੁਗ ਜਹਾਜ, ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 678 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਇਹਨਾਂ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਸਾਨੂੰ ਸਾਰਿਆਂ ਨੂੰ ਪਰਿਪੂਰਨ ਪਰਮਾਤਮਾ ਦੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ, ਕਿਉਂਕਿ ਪਰਮੇਸ਼ਰ ਦੀ ਬੰਦਗੀ, ਮਾਲਕ ਦੀ ਕੀਰਤੀ ਸਾਨੂੰ ਬੰਧਨਾਂ ਤੋਂ ਮੁਕਤ ਕਰਾਉਣ ਵਾਲੀ ਹੈ। ਉਹਦੇ ਨਾਲ ਜੁੜਨ ਤੋਂ ਬਿਨਾਂ ਜਿੰਨੇ ਵੀ ਸਾਡੇ ਕਰਮ ਨੇ, ਜਿੰਨੀ ਵੀ ਸਾਡੀ ਸਾਧਨਾ ਹੈ, ਉਹ ਮੁਕਤੀ ਦੀ ਜਗ੍ਹਾ ਸਗੋਂ ਬੰਧਨਾਂ ਦੇ ਵਿੱਚ ਸਾਨੂੰ ਜਕੜ ਲੈਂਦੀ ਹੈ। ਇੱਥੇ ਤੱਕ ਕਿ ਜੋ ਕੁਝ ਸਾਡੀਆਂ ਨਿੱਜੀ ਲੋੜਾਂ ਹਨ, ਸੰਸਾਰ ਵਿੱਚ ਜੀਵਨ ਜਿਉਣ ਲਈ ਜ਼ਰੂਰਤਾਂ ਨੇ, ਉਹ ਵੀ ਬੰਧਨ ਬਣ ਜਾਂਦੀਆਂ ਨੇ ਜਦੋਂ ਤੱਕ ਇਹਨਾਂ ਦਾਤਾਂ ਨੂੰ ਬਖਸ਼ਿਸ਼ ਕਰਨ ਵਾਲੇ ਦਾਤੇ ਨਾਲ ਅਸੀਂ ਨਾ ਜੁੜੀਏ। ਸਾਹਿਬ ਦੇ ਬਚਨ ਨੇ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ, ਬੰਧਨ ਕਰਮ ਧਰਮ ਹੋ ਕੀਆ, ਬੰਧਨ ਪੁੱਤ ਕਲਤ ਮਨ ਬੀਆ। ਜੋ ਜੋ ਕਰਮ ਕੀਏ ਲਾਲਚ ਲਗ, ਤੈਂ ਤੈਂ ਆਪ ਬੰਧਾਇਓ। ਗੁਜਰਾਨ ਲਈ ਧਨ ਬੜਾ ਜ਼ਰੂਰੀ ਹੈ, ਪਰ ਜੇ ਧਨ ਦੇਣ ਵਾਲੇ ਪਰਮੇਸ਼ਰ ਨਾਲ ਅਸੀਂ ਨਾ ਜੁੜੀਏ ਤੇ ਮੋਹ ਮਾਇਆ ਵੀ ਬੰਧਨ ਬਣ ਕੇ ਸਾਡੇ ਜੀਵਨ ਨੂੰ ਜਕੜ ਲੈਂਦੀ ਹੈ। ਪ੍ਰਭੂ ਭਗਤਾਂ ਨੇ ਪਾਵਨ ਬਾਣੀ ਵਿੱਚ ਬੜੀਆਂ ਉਦਾਹਰਨਾਂ ਦੇ ਕੇ ਸਮਝਾਇਆ ਹੈ। ਇੱਕ ਉਦਾਹਰਨ ਉਹਨਾਂ ਦਿੱਤੀ ਹੈ ਕਿ ਜਿਵੇਂ ਇੱਕ ਹਾਥੀ, ਉਹ ਜਦੋਂ ਵਿਕਾਰਾਂ ਵਿੱਚ ਗ੍ਰਸਤ ਹੁੰਦਾ ਹੈ ਤੇ ਉਹਨੂੰ ਪਕੜਨ ਵਾਸਤੇ, ਭੁਲੇਖਾ ਪਾਉਣ ਵਾਸਤੇ ਹਥਨੀ ਦਾ ਇੱਕ ਕਲਬੂਤ ਤਿਆਰ ਕਰਕੇ ਸ਼ਿਕਾਰੀ ਇੱਕ ਡੂੰਘਾ ਟੋਆ ਪੱਟ ਕੇ ਉਹਦੇ ਉੱਪਰ ਲੱਕੜਾਂ ਦੀ ਪਤਲੀ ਛੱਤ ਪਾ ਕੇ ਉਹਦੇ ਉੱਪਰ ਉਹ ਕਲਬੂਤ ਖੜਾ ਕਰ ਦਿੰਦਾ ਹੈ। ਪਰ ਹਾਥੀ ਨੂੰ ਸਮਝ ਨਾ ਹੋਣ ਕਾਰਨ ਜਦੋਂ ਉਹ ਵਿਕਾਰਾਂ ਵਿੱਚ ਗਰਸਿਆ ਉੱਥੇ ਪਹੁੰਚਦਾ ਹੈ, ਉਹ ਲੱਕੜਾਂ ਟੁੱਟ ਜਾਂਦੀਆਂ ਨੇ, ਉਹ ਟੋਏ ਵਿੱਚ ਡਿੱਗ ਪੈਂਦਾ ਹੈ ਤੇ ਸ਼ਿਕਾਰੀ ਆ ਕੇ ਉਹਨੂੰ ਆਪਣੇ ਬੰਧਨ ਵਿੱਚ ਜਕੜ ਲੈਂਦਾ ਹੈ। ਉਵੇਂ ਆਕਾਰ ਕਰਕੇ ਵੇਖੀਏ ਤੇ ਹਾਥੀ ਬੜਾ ਤਾਕਤਵਰ ਹੈ, ਪਰ ਜਦੋਂ ਸਮਝ ਨਾ ਸਕਿਆ, ਭਰਮ ਵਿੱਚ ਭੁਲੇਖੇ ਵਿੱਚ ਗ੍ਰਸਤ ਹੋ ਗਿਆ
ਇਹ ਭਰਮ ਭੁਲੇਖਾ ਹੀ ਉਹਦੇ ਲਈ ਬੰਧਨਾਂ ਦਾ ਕਾਰਨ ਬਣਿਆ। ਫਿਰ ਉਸੇ ਹਾਥੀ ਨੂੰ ਮੁਹਾਵਤ ਦੇ ਅਧੀਨ ਹੋ ਕੇ ਕੁੰਡੇ ਦੀਆਂ ਸੱਟਾਂ ਜਿਹੜੀਆਂ ਨੇ ਉਹ ਸਹਾਰਨੀਆਂ ਪੈਂਦੀਆਂ ਨੇ। ਸਾਹਿਬ ਨੇ ਬਚਨ ਕਹੇ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ। ਹੇ ਮੇਰੇ ਪਾਗਲ ਮਨ, ਹੇ ਬੌਰੇ ਮਨ, ਜਿਵੇਂ ਇੱਕ ਹਾਥੀ ਉਸ ਕਲਬੂਤ ਨੂੰ ਸੱਚੀ ਮੁੱਚੀ ਦੀ ਹਥਣੀ ਸਮਝ ਕੇ ਭਰਮ ਭੁਲੇਖੇ ਦੇ ਕਾਰਨ ਬੰਧਨਾਂ ਵਿੱਚ ਜਕੜਿਆ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਚਲਤ ਰਚਿਓ ਜਗਦੀਸ਼। ਜਗਤ ਦੇ ਈਸ਼, ਜਗਤ ਦੇ ਮਾਲਕ ਪਰਮੇਸ਼ਰ ਨੇ ਜਗਤ ਦੀ ਇਹ ਖੇਡ ਰਚੀ ਹੈ। ਇਸ ਖੇਡ ਨੂੰ ਜਿਹੜਾ ਨਾ ਸਮਝ ਸਕੇ ਉਹ ਬਹੁਤੀ ਵਾਰ ਪਰਮੇਸ਼ਰ ਨਾਲੋਂ ਟੁੱਟ ਕੇ ਉਹਦੇ ਇਸ ਚਲਤ ਨਾਲ, ਉਹਦੇ ਇਸ ਕੌਤਕ ਨਾਲ, ਇਹਦੀ ਮਾਇਆ ਨਾਲ ਜੁੜ ਕੇ ਆਪਣੇ ਆਪ ਨੂੰ ਬੰਧਨਾਂ ਦੇ ਵਿੱਚ ਜਕੜਨ ਦਾ ਕਾਰਨ ਬਣਾ ਲੈਂਦਾ ਹੈ। ਤੇ ਗਰੀਬ ਨਵਾਜ ਨੇ ਇੱਕ ਜੁਗਤੀ ਦੱਸੀ। ਉਹ ਜੁਗਤੀ ਇਹ ਹੈ ਕਿ ਇਸ ਸੰਸਾਰ ਵਿੱਚ ਰਹਿੰਦਿਆਂ ਅਸੀਂ ਸੰਸਾਰ ਦੇ ਕਰਤੇ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਹੈ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼। ਕਾਮ ਸਵਾਏ ਗੱਜ ਬਸ ਪਰੇ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਤੇ ਸਿੱਖਿਆ ਦਿੱਤੀ ਬਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ। ਹੇ ਕਮਲੇ ਮਨ, ਹੇ ਬੌਰੇ ਮਨ, ਤੂੰ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਹਰੀ ਦੇ ਸਿਮਰਨ ਵਿੱਚ ਜੁੜ। ਧਰਮ ਕੋਈ ਬਹੁਤਾ ਔਖਾ ਨਹੀਂ ਹੈ, ਬਸ ਆਹ ਨੁਕਤਾ ਸਮਝ ਲਈਏ ਵੀ ਅਸੀਂ ਬਚਣਾ ਕਿੱਥੋਂ ਹੈ ਤੇ ਜੁੜਨਾ ਕਿੱਥੇ ਹੈ। ਪਰ ਬਹੁਤੀ ਵਾਰ ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਫਸਣਾ ਕਿਵੇਂ ਹੈ, ਬੰਧਨਾਂ ਵਿੱਚ ਜਕੜੇ ਕਿਵੇਂ ਜਾਣਾ, ਉਹ ਤਾਂ ਅਸੀਂ ਸਾਰੇ ਜਾਣਦੇ ਹਾਂ। ਪਰ ਉਹ ਵਿਰਲਾ ਹੈ ਜਿਹੜਾ ਇਹਨਾਂ ਬੰਧਨਾਂ ਤੋਂ, ਇਸ ਫਾਈ ਤੋਂ ਛੁੱਟਣ ਦੀ ਜੁਗਤੀ ਜਾਣਦਾ ਵੀ ਮੈਂ ਮੁਕਤ ਕਿਵੇਂ ਹੋਣਾ ਹੈ। ਨਹੀਂ ਤਾਂ ਆਮ ਕਰਕੇ ਬੰਦੇ ਨੂੰ ਇੱਕ ਭੁਲੇਖਾ ਪਾਇਆ ਗਿਆ ਸੀ ਵੀ ਮਰਨ ਤੋਂ ਬਾਅਦ ਤੈਨੂੰ ਮੁਕਤੀ ਮਿਲੇਗੀ। ਪਰ ਗੁਰਮਤਿ ਨੇ ਸਾਨੂੰ ਪ੍ਰੇਰਨਾ ਕੀਤੀ ਹੈ ਕਿ ਜਿਉਂਦਿਆਂ ਜੀ ਅਸੀਂ ਬੰਧਨਾਂ ਤੋਂ ਮੁਕਤ ਹੋਣਾ ਹੈ। ਜਿਹੜਾ ਮਨੁੱਖ ਜਿਉਂਦਿਆਂ ਜੀ ਵਿਕਾਰਾਂ ਦੇ ਬੰਧਨਾਂ ਵਿੱਚ ਹੈ, ਲੋਭ ਲਾਲਚ ਦੇ ਬੰਧਨਾਂ ਵਿੱਚ ਹੈ, ਮਰਨ ਤੋਂ ਬਾਅਦ ਕਦੇ ਉਹ ਮੁਕਤ ਨਹੀਂ ਹੋ ਸਕਦਾ। ਤੇ ਜਿਹੜਾ ਜਿਉਂਦਿਆਂ ਜੀ ਜੀਵਨ ਮੁਕਤ ਹੋ ਜਾਂਦਾ ਤੇ ਉਹਨੂੰ ਮਨ ਵਿੱਚ ਸ਼ੰਕਾ ਰੱਖਣ ਦੀ ਲੋੜ ਨਹੀਂ। ਜਿੰਨੀਆਂ ਮੁਕਤੀਆਂ ਨੇ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ। ਚਾਰ ਮੁਕਤ ਚਾਰੈ ਸਿੱਧ ਮਿਲ ਕੇ, ਦੂਲੈ ਪ੍ਰਭ ਕੀ ਸ਼ਰਨ ਭਰਿਓ। ਸਤਿਗੁਰਾਂ ਇੱਕ ਨੁਕਤਾ ਦਿੱਤਾ ਵੀ ਪਹਿਲਾਂ ਸਮਝਣਾ ਵੀ ਬੰਧਨ ਹੈ ਕਿੱਥੋਂ ਨੇ, ਬੰਧਨਾਂ ਦਾ ਕਾਰਨ ਕੀ ਹੈ, ਤੇ ਇਹਨਾਂ ਬੰਧਨਾਂ ਤੋਂ ਬੰਦ ਖਲਾਸੀ ਕਿਵੇਂ ਹੋਵੇਗੀ। ਤੇ ਉਹਦਾ ਸਤਿਗੁਰੂ ਜੀ ਨੇ ਤਰੀਕਾ ਦੱਸਿਆ ਵੀ ਪਰਮੇਸ਼ਰ ਨਾਲ ਜੁੜ, ਗੁਰੂ ਨਾਲ ਜੁੜ, ਗੁਰੂ ਕੀ ਸੰਗਤ ਵਿੱਚ ਇਹ ਜੁਗਤੀ ਪ੍ਰਾਪਤ ਹੋਵੇਗੀ ਕਿ ਅਸੀਂ ਬੰਧਨਾਂ ਤੋਂ ਖਲਾਸੀ ਕਿਵੇਂ ਪ੍ਰਾਪਤ ਕਰਨੀ ਹੈ। ਬੰਧਨ ਕਾਟਨ ਹਾਰ ਸੁਆਮੀ, ਜਾਂ ਨਾਨਕ ਸਿਮਰੈ ਅੰਤਰ ਜਾਮੀ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਗੁਰੂ ਮੁਕਤ ਕਰਦਾ ਹੈ, ਪਰਮੇਸ਼ਰ ਮੁਕਤ ਕਰਦਾ ਹੈ। ਇਸੇ ਕਰਕੇ ਪਰਮੇਸ਼ਰ ਨੂੰ ਵੀ ਕਿਹਾ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਗੁਰੂ ਨੂੰ ਵੀ ਕਿਹਾ ਕਿ ਸਤਿਗੁਰ ਬੰਦੀ ਛੋੜ ਹੈ। ਗੁਰੂ ਵੀ ਬੰਧਨਾਂ ਤੋਂ ਛਡਾਉਣ ਵਾਲਾ ਹੈ, ਸਾਨੂੰ ਜੀਵਨ ਮੁਕਤ ਕਰਨ ਵਾਲਾ ਹੈ। ਤੇ ਗਰੀਬ ਨਵਾਜ ਨੇ ਇੱਕ ਜੁਗਤੀ ਦੱਸੀ, ਕਹਿਣ ਲੱਗੇ ਵਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ। ਨਿਰਭੈ ਹੋਏ ਨਾ ਭਜੈ। ਭਗਵਾਨ ਕਹਿੰਦੇ ਤੂੰ ਨਿਰਭਉ ਹੋ ਕੇ ਉਸ ਪਰਮਾਤਮਾ ਦੀ ਪੂਜਾ ਕਿਉਂ ਨਹੀਂ ਕਰਦਾ। ਮਨ ਦੇ ਵਿੱਚੋਂ ਸਾਰੇ ਸ਼ੰਕੇ ਛੱਡ ਕੇ ਕਹਿੰਦੇ ਉਹਦੇ ਨਾਲ ਕਿਉਂ ਨਹੀਂ ਜੁੜਦਾ। ਕਿਉਂਕਿ ਜਦੋਂ ਤੱਕ ਉਹਦੇ ਨਾਲ ਨਹੀਂ ਜੁੜੇਗਾ, ਗਹਿਓ ਨਾ ਰਾਮ ਜਹਾਜ਼। ਜਦੋਂ ਤੱਕ ਉਹਦੇ ਚਰਨਾਂ ਰੂਪੀ ਨਾਮ ਰੂਪੀ ਜਹਾਜ਼ ਦਾ ਆਸਰਾ ਨਹੀਂ ਪਕੜਦਾ। ਨਿਰਭਉ ਹੋਏ ਨਾ ਹਰ ਭਜੈ ਮਨ ਬੌਰਾ ਰੇ, ਗਹਿਓ ਨਾ ਰਾਮ ਜਹਾਜ਼। ਤੂੰ ਆਪਣੀ ਜ਼ਿੰਦਗੀ ਦੇ ਵਿੱਚ
शंके रहत हो के, सहम तो उपर उठ के डर रहत हो के क्यों नहीं उहदे नाल जुड़दा, क्यों नहीं उहदे चरनां दा, उहदे सिमरन दा जहाज रूपी जिहड़ा आसरा अपनी जिंदगी दे विच धारण करदा। इसे शब्द के अखीर विच भी भगत कबीर साहब ने यही सानू जुगती दसी है कि नावन को तीर्थ घने मन बौरा रे, पूजन कौ बो देव, कौ कबीर छूटन नहीं मन बौरा रे, छूटन हर की सेव। बंदा कई बार ये सोचता है भी मैं वख-वख तीर्थां दे इशनान करां, गिणती मिणती विच पै के भी कश्मीर तो लैके कन्या कुमारी तक जे मैं 88 तीर्थां दा इशनान करांगा तो शायद मैनू मुक्ति मिल जावे, शायद मैं परमात्मा की जगह अल्प शक्तियां की पूजा करांगा, ਉਹਦੇ ਵੱਖਰੇ ਵੱਖਰੇ नाम रख के कहांगा भी आ फलाना देवता है, ये फलाना पीर है। भगत कबीर साहब कहते मेरे तो लिख के लै लो, इन्हां तरीकियां दे नाल मुक्ति नहीं मिलती, क्योंकि नावन को तीर्थ घने मन बौरा रे, पूजन कौ बो देव, कौ कबीर छूटन नहीं मन बौरा रे, छूटन हर की सेव। हे पगले मन, जे परमात्मा दे नाल जुड़ेगा तो फिर छुटकारा होवेगा, फिर बंधना तो खलासी मिलेगी। ते जे ओदी जगह अल्प शक्तियां नाल, देवतियां नाल, पीरां फकीरां नाल जुड़ जावेगा तो कदे भी तैनू इस तरीके दे नाल जो बंधना तो खलासी है वो प्राप्त नहीं होवेगी। असल विच परमात्मा नाल जुड़ना, गुरु नाल जुड़ना, सत संगत नाल जुड़ना, ये शुरुआत है कि मनुख अपने आप नूं संसारी जंजाल तो, संसारी बंधना तो मुक्त कराउण लई अंदर एक जग्यासा रखदा है। ते जदों गुरु दे कोल आउंदा है ते गुरु फिर इनू एक सिक्ख्या दिंदा है कि इस तरीके दे नाल तू अपने आप नूं जीवन मुक्त कर सकदा है। वो तरीका की है कि प्रभ की आग्या आत्म हितावै, जीवन मुक्त सो कहावै, तैसा हरख तैसा उस सोग, सदा आनंद तै नहीं वियोग, जो वरताए साई जुगत, नानक ओ पुरख कहीए जीवन मुक्त। उवें सतगुरु जी सानू सारियां नू प्रेरित करदे ने, ऐ मनुख तू जिंदगी विच सब कुछ जान लिया, घर किहो जिहा बनाउणा, धन किवें कमाउणा, तरक्की किवें करनी, राज भाग किवें लैणा है। जे तू नहीं समझ सकिया तो केवल बंधना तो मुक्त होने का तरीका नहीं समझ सकिया, मुक्त पंथ जानियो तै नाहन, धन जोरन को धाया, अंत संग काहू नहीं दीना, बिरथा आप बंधाया। ते जे जग्यासू हाथ जोड़ के बेनती करे पातशाह, वो मुक्ति का रस्ता, मुक्ति का मार्ग मिलेगा किवें, ते सतगुरु आप ही उत्तर दिंदे ने, तज अभिमान मोह माया फुन, भजन राम चित लावो, नानक कहत मुक्त पंथ एहे, गुरमुख होए तुम पावो। ये अत कथनी नहीं कि अज दे शब्द दे विच जिहड़ी रहाओ वाली पंक्ति है, मेरे गुरु अर्जन देव महाराज ने इस गल ते जोर दिता है कि तू जिथे मर्जी भज के वेख ला, पर तैनू परमात्मा नाल जुड़न तो बिना, प्रभु की बंदगी तो बिना, परमेश्वर की भगती तो बिना तैनू मुक्ति नहीं मिलनी। भगत कबीर साहब ने तो इत्थे तक भी कहा कि कोई बनारस की धरती ते रहन वाला होवे, गंगा वर्गे तीर्थां दे कंढियां ते घर बना के रहना शुरू कर दवे, पर जदों तक परमात्मा नाल नहीं जुड़दा, जदों तक रब की भगती नहीं करदा, उदों तक उन्होंने मुक्ति प्राप्त नहीं होवेगी। कबीर गंगा तीर जो घर करें, पीवै निर्मल नीर, बिन हर भगत ना मुक्त होए, इयों कह रमै कबीर। परमेश्वर दे सिमरन तो बिना, परमात्मा की भगती तो बिना जिहड़ी बंधन रहत अवस्था है, जीवन मुक्त अवस्था है, वो प्राप्त नहीं हुंदी। ते जे कोई ये लालच दवे भी मरण तो बाद वाली मुक्ति देंगे, तो भगतां ने इस गल ते भी जोर दिता है कि मूए होए जो मुक्त दिओगे, मुक्त ना जानै कोयला। जे मुक्त करना तो जीवन मुक्त कर, इस खेत विच ही नवेरा कर,
ਕਹਿ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭਵਜਲ ਫੇਰਾ। ਆਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਤਤ ਵਿਚਾਰ ਰਹਾਉ ਵਾਲੀਆਂ ਪੰਕਤੀਆਂ ਵਿੱਚ, ਜੋ ਸ਼ਬਦ ਦੀਆਂ ਆਰੰਭਕ ਪੰਕਤੀਆਂ ਵੀ ਨੇ, ਉਹਦੇ ਵਿੱਚ ਬਖਸ਼ਿਸ਼ ਕੀਤੀਆਂ ਹਨ। ਇਕਾਗਰ ਚਿੱਤ ਹੋ ਕੇ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਘਰ ਛੇਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਉੱਪਰ ਸਰਲੇਖ ਅੰਕਿਤ ਕੀਤਾ ਹੈ ਕਿ ਪਾਵਨ ਗੁਰ ਸ਼ਬਦ ਧਨਾਸਰੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ, ਤੇ ਛੇਵੇਂ ਘਰ ਵਿੱਚ ਜਿਹਦਾ ਸੰਗੀਤ ਨਾਲ ਸੰਬੰਧ ਹੈ ਉਹਦੇ ਵਿੱਚ ਗਾਉਣ ਦੀ ਸਤਿਗੁਰੂ ਜੀ ਨੇ ਹਦਾਇਤ ਕੀਤੀ ਹੈ। ਜਿਵੇਂ ਹਰ ਲਿਖਾਰੀ, ਹਰ ਕਵੀ ਆਪਣੀ ਰਚਨਾ ਦੇ ਆਰੰਭ ਸਮੇਂ ਆਪਣੇ ਇਸ਼ਟ ਦੇਵ ਦਾ ਮੰਗਲਾਚਰਨ ਕਰਦਾ ਹੈ, ਸਤਿਗੁਰੂ ਜੀ ਦੇ ਇਸ਼ਟ ਦੇਵ ਪਰਮੇਸ਼ਰ ਨੇ। ਸਤਿਗੁਰੂ ਜੀ ਰੱਬੀ ਕਵੀ ਨੇ, ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ। ਹਉ ਢਾਡੀ ਦਰ ਗੁਣ ਗਾਵੰਦਾ ਜੇ ਹਰ ਪ੍ਰਭ ਭਾਵੈ। ਰੱਬ ਦੇ ਦਰ ਦੇ ਢਾਡੀ, ਰੱਬ ਦੇ ਦਰ ਦੇ ਕਵੀ, ਰੱਬ ਦੇ ਦਰ ਦੇ ਸ਼ਾਇਰ, ਰੱਬੀ ਲਿਖਾਰੀ ਨੇ ਗੁਰੂ ਅਰਜਨ ਦੇਵ ਮਹਾਰਾਜ। ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਤੇ ਮੰਗਲਾਚਰਨ ਵੀ ਉਸ ਸੱਚ ਦਾ ਹੀ ਕਰ ਰਹੇ ਨੇ। ਇੱਕ ਓੰਕਾਰ, ਕਿ ਉਹ ਪਰਮਾਤਮਾ ਇੱਕ ਹੈ, ਸਾਰੇ ਸੰਸਾਰ ਵਿੱਚ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ। ਉਹ ਸਤ ਸਰੂਪ ਹੈ ਤੇ ਸੱਚੇ ਸਤਿਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ। ਸੁਨਹੁ ਸੰਤ ਪਿਆਰੇ ਬਿਨੋ ਹਮਾਰੇ ਜੀਓ। ਗਰੀਬ ਨਵਾਜ ਜੀ ਬੜੀ ਨਿਮਰਤਾ ਦੇ ਨਾਲ ਇਹ ਪ੍ਰੇਰਨਾ ਕਰ ਰਹੇ ਨੇ, ਬੇਨਤੀ ਕਰ ਰਹੇ ਨੇ ਕਿ ਹੇ ਪਿਆਰੇ ਸੰਤ ਜਨੋ, ਹੇ ਪਿਆਰੇ ਗੁਰ ਸਿੱਖੋ, ਸਾਡੀ ਇੱਕ ਬੇਨਤੀ ਸੁਣੋ। ਕਿਉਂਕਿ ਧਰਮ ਦੀ ਦੁਨੀਆ ਦੇ ਵਿੱਚ ਠਾ ਸੋਟਾ ਨਹੀਂ, ਬੇਨਤੀ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟੈਲ ਕੀ ਵੇਲਾ। ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਸਤਿਗੁਰੂ ਬੇਨਤੀ ਕਰਦੇ ਨੇ, ਪ੍ਰੇਰਨਾ ਕਰਦੇ ਨੇ, ਸੁਨਹੁ ਸੰਤ ਪਿਆਰੇ ਬਿਨੋ ਹਮਾਰੇ ਜੀਓ। ਹੇ ਪਿਆਰੇ ਸੰਤ ਜਨੋ, ਹੇ ਜਗਿਆਸੂ ਜਨੋ, ਹੇ ਸਾਧਨਾ ਕਰਨ ਵਾਲੇ ਗੁਰ ਸਿੱਖੋ, ਇਹ ਬੇਨਤੀ ਸੁਣੋ, ਇਹ ਪ੍ਰੇਰਨਾ ਸੁਣੋ। ਹਰ ਬਿਨ ਮੁਕਤ ਨਾ ਕਾਹੂ ਜੀਓ। ਵੀ ਇਹ ਪੱਕਾ ਹੀ ਹੈ ਕਿ ਹਰੀ ਪਰਮਾਤਮਾ ਨਾਲ ਜੁੜਨ ਤੋਂ ਬਿਨਾ ਕਿਸੇ ਨੇ ਵੀ ਅੱਜ ਤੱਕ ਮੁਕਤੀ ਪ੍ਰਾਪਤ ਨਹੀਂ ਕੀਤੀ। ਕੇਵਲ ਇੱਕੋ ਇੱਕ ਤਰੀਕਾ ਹੈ ਕਿ ਮਨੁੱਖ ਆਪਣੇ ਜੀਵਨ ਦਾਤੇ ਨਾਲ, ਕਰਤੇ ਪੁਰਖ ਨਾਲ, ਸਿਰਜਣਹਾਰ ਨਾਲ ਜੁੜੇ ਤੇ ਉਹਦਾ ਸਿਮਰਨ, ਉਹਦੀ ਭਗਤੀ, ਉਹਦੀ ਅਰਾਧਨਾ ਸਾਨੂੰ ਬੰਧਨਾਂ ਤੋਂ ਮੁਕਤ ਕਰ ਸਕਦੀ ਹੈ। ਫਿਰ ਅਸੀਂ ਰਵਾਂਗੇ ਘਰ ਵਿੱਚ, ਘਰ ਬੰਧਨ ਨਹੀਂ ਬਣੇਗਾ। ਰਵਾਂਗੇ ਪੁੱਤਰ ਧੀਆਂ ਵਿੱਚ, ਪੁੱਤਰ ਧੀਆਂ, ਪੁੱਤਰ ਕਲੱਤਰ ਗ੍ਰਿਸ਼ਤ ਕਾ ਫਾਸਾ, ਹੋਣ ਨਾ ਪਾਈਐ ਰਾਮ ਕੇ ਦਾਸਾ। ਇਵੇਂ ਉਹ ਬੰਧਨ ਨਹੀਂ ਬਣੇਗਾ। ਫਿਰ ਤਾਂ ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਵਿੱਚੇ ਗਰੇ ਸਦਾ ਰਹੇ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੈ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੈ ਮੁਕਤ। ਸਭ ਕਹਿੰਦੇ ਗ੍ਰਿਸ਼ਤ ਮਾੜਾ ਨਹੀਂ, ਬੱਚੇ ਮਾੜੇ ਨਹੀਂ, ਧਨ ਮਾੜਾ ਨਹੀਂ, ਕਿਰਤ ਮਾੜੀ ਨਹੀਂ, ਮਾੜੇ ਤੇ ਬੰਧਨ ਨੇ। ਵੀ ਜਦੋਂ ਤੂੰ ਕਾਦਰ ਨਾਲੋਂ ਟੁੱਟ ਕੇ ਕੇਵਲ ਕੁਦਰਤ ਨਾਲ ਜੁੜ ਜਾਣਾ ਹੈ, ਜਦੋਂ ਦਾਤੇ ਨਾਲੋਂ ਟੁੱਟ ਕੇ ਕੇਵਲ ਦਾਤਾ ਨਾਲ ਜੁੜ ਜਾਣਾ ਹੈ, ਤੇ ਸਮਝ ਲੈ ਤੇਰੀ ਹਰ ਜ਼ਿੰਦਗੀ ਦੀ ਕਿਰਿਆ ਤੇਰੇ ਲਈ ਬੰਧਨ ਬਣ ਜਾਂਦੇ ਨੇ। ਤੇ ਜੇ ਇਹਨਾਂ ਵਿੱਚ ਰਹਿ ਕੇ ਤੂੰ ਆਪਣੇ ਸਿਰਜਣਹਾਰ ਨਾਲ ਜੁੜੇਗਾ ਤੇ ਫਿਰ ਤਿਨਕਾ ਖਾਦਾ ਪਹਿਨਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ।
ਜਿਹੜੇ ਰੱਬ ਦੇ ਸਿਮਰਨ ਵਿੱਚ ਜੁੜ ਗਏ, ਪਰਮੇਸ਼ਰ ਦੀ ਬੰਦਗੀ ਕਰਨ ਲੱਗ ਪਏ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਧਨ ਦੌਲਤ ਕਿਰਤ ਇਹ ਸਭ ਕੁਝ ਪਵਿੱਤਰ ਹੈ। ਤੇ ਜੇ ਕੇਵਲ ਧੰਦੇ ਹੀ ਕੀਤੇ ਨੇ, ਜੇ ਕੇਵਲ ਸਾਰੀ ਦਿਹਾੜੀ ਇਹੀ ਗਿਣਤੀ ਮਿਣਤੀ ਚੱਲ ਰਹੀ ਹੈ ਕਿ ਮੈਂ ਕਿਹੜੇ ਪਾਸਿਓਂ ਕਿਸ ਤਰੀਕੇ ਦੇ ਨਾਲ ਧਨ ਕਮਾ ਸਕਦਾ, ਤੇ ਸਾਹਿਬ ਕਹਿੰਦੇ ਫਿਰ ਤਾਂ ਧੰਦਾ ਕਰਤਿਆਂ ਨੇਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਜੇ ਕਿਤੇ ਤੇਰਾ ਧੰਦਾ ਧਰਮ ਬਣ ਜਾਵੇ ਤੇ ਉਹ ਧੰਦਾ ਵੀ ਬੰਧਨ ਰਹਿਤ ਹੋਵੇਗਾ, ਤੈਨੂੰ ਬੰਦ ਖਲਾਸੀ ਦਿਵਾਵੇਗਾ, ਤੂੰ ਬੰਧਨਾਂ ਤੋਂ ਮੁਕਤ ਹੋ ਕੇ ਜੀਵਨ ਮੁਕਤ ਹੋ ਕੇ ਆਪਣੇ ਆਪ ਨੂੰ ਸੱਚਮੁੱਚ ਖਲਾਸ ਕਰਕੇ ਸੁਰਖਰੂ ਕਰਕੇ ਸੰਸਾਰ ਤੋਂ ਤੁਰੇਗਾ। ਇਸ ਕਰਕੇ ਸਾਹਿਬ ਨੇ ਮੋਹਰ ਲਾਈ ਤੇ ਸਾਨੂੰ ਸਾਰਿਆਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਇਹ ਭਰੋਸਾ ਹੈ, ਇਹ ਵਿਸ਼ਵਾਸ ਹੈ ਕਿ ਸਤਿਗੁਰੂ ਜੀ ਅਸੀਂ ਦੂਰੋਂ ਚੱਲ ਕੇ ਤੁਹਾਡੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਆ, ਤੇ ਅੱਜ ਤੁਸੀਂ ਸਾਡੀ ਝੋਲੀ ਵਿੱਚ ਆ ਉਪਦੇਸ਼ ਪਾਇਆ ਕਿ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਓ, ਹਰ ਬਿਨ ਮੁਕਤ ਨਾ ਕਾਹੂ ਜੀਓ। ਕਿ ਹਰੀ ਪਰਮਾਤਮਾ ਦੇ ਸਿਮਰਨ ਤੋਂ ਬਿਨਾ, ਉਹਦੀ ਬੰਦਗੀ ਤੋਂ ਬਿਨਾ ਕੋਈ ਵੀ ਮੁਕਤ ਨਹੀਂ ਹੋ ਸਕਦਾ, ਕਿਉਂਕਿ ਕੇਵਲ ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦੀ ਇਬਾਦਤ ਹੀ ਸਾਨੂੰ ਬੰਧਨ ਰਹਿਤ ਕਰਦੀ ਹੈ, ਜੀਵਨ ਮੁਕਤ ਕਰਦੀ ਹੈ। ਰਹਾਉ, ਰਹਾਉ ਦਾ ਮਤਲਬ ਹੈ ਠਹਿਰਾਓ, ਵਿਸ਼ਰਾਮ। ਕਿ ਇਹਨਾਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ, ਮੇਨ ਆਈਡੀਆ ਸਤਿਗੁਰੂ ਜੀ ਜੋ ਤਤ ਭਾਵ ਸਮਝਾਉਂਦੇ ਹਨ। ਮਨ ਨਿਰਮਲ ਕਰਮ ਕਾਰ, ਤਾਰਨ ਤਰਨ ਹਾਰ, ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। हे ਮੇਰੇ ਮਨ, ਆਪਣੀ ਜ਼ਿੰਦਗੀ ਵਿੱਚ ਉਹ ਕਰਮ ਕਰ ਜਿਹੜੇ ਤੈਨੂੰ ਨਿਰਮਲ ਕਰਨ ਵਾਲੇ ਹੋਣ, ਪਵਿੱਤਰ ਕਰਨ ਵਾਲੇ ਹੋਣ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਸੋਈ ਕੰਮ ਕਮਾਏ ਜਿਤ ਮੁਖ ਉਜਲਾ। ਉਹ ਕੰਮ ਕਰ ਵੀ ਤੇਰਾ ਮੁਖ ਉਜਲਾ, ਤੇਰਾ ਮੁਖ ਚਿੱਟਾ, ਮੈਲ ਰਹਿਤ ਸੁਰਖਰੂ ਹੋਵੇ। ਉਹ ਕਰਮ ਨਾ ਕਰੀ ਜਿਹੜੇ ਕਰਮ ਤੇਰੇ ਜੀਵਨ ਨੂੰ ਮੈਲਾ ਕਰ ਦੇਣ। ਮਨ ਨਿਰਮਲ ਕਰਮ, हे ਮੇਰੇ ਮਨਾ ਤੂੰ ਉਹ ਕਰਮ ਕਰ ਜਿਹੜੇ ਤੇਰੀ ਜ਼ਿੰਦਗੀ ਦੇ ਵਿੱਚ ਪਵਿੱਤਰਤਾ, ਤੇਰੀ ਜ਼ਿੰਦਗੀ ਦੇ ਵਿੱਚ ਭਾਗੀਜਗੀ, ਤੇਰੀ ਜ਼ਿੰਦਗੀ ਦੇ ਵਿੱਚ ਨਿਰਮਲਤਾਈ ਲਿਆਉਣ ਵਾਲੇ ਹੋਣ। ਮਨ ਨਿਰਮਲ ਕਰਮ ਕਰ। ਤੇ ਅਗਲੀ ਗੱਲ ਵੀ ਜਿੱਥੇ ਪਵਿੱਤਰ ਕਰਮ ਕਰੇ ਉੱਥੇ ਫਿਰ ਜੁੜਨਾ ਕਿਹਦੇ ਨਾਲ ਹੈ? ਤਾਰਨ ਤਰਨ ਹਰ। ਕਿ ਜਿਹੜਾ ਪਰਮੇਸ਼ਰ ਹੈ ਉਹ ਭਵ ਸਾਗਰ ਤੋਂ ਤਾਰਨ ਵਾਸਤੇ ਇੱਕ ਜਹਾਜ਼ ਦੀ ਤਰ੍ਹਾਂ ਹੈ। ਜਿਵੇਂ ਦਾਸ ਨੇ ਆਰੰਭ ਵਿੱਚ ਵੀ ਬਚਨ ਕਹੇ ਕਿ ਗਹਿਓ ਨਾ ਰਾਮ ਜਹਾਜ਼। ਤੂੰ ਪਰਮਾਤਮਾ ਦੇ ਨਾਮ ਰੂਪੀ ਜਹਾਜ਼ ਦਾ ਆਸਰਾ ਕਿਉਂ ਨਹੀਂ ਲੈਂਦਾ? ਕਿਉਂਕਿ ਚਰਨ ਬੋਹਿਤ ਪ੍ਰਭ ਦੇਤ, ਗੁਰੂ ਨੇ ਤੈਨੂੰ ਪਰਮੇਸ਼ਰ ਦੇ ਚਰਨਾਂ ਦਾ, ਪ੍ਰਭੂ ਦੇ ਸਿਮਰਨ ਦਾ ਆਸਰਾ ਰੂਪੀ ਬੋਹਿਤ, ਆਸਰਾ ਰੂਪੀ ਜਹਾਜ਼ ਦਿੱਤਾ ਹੈ। ਤੇ ਤੂੰ ਇਹਦੇ ਵਿੱਚ ਸਵਾਰ ਹੋ ਕੇ ਆਪਣੇ ਆਪ ਨੂੰ ਭਵ ਸਾਗਰ ਤੋਂ ਪਾਰ ਕਰਨਾ ਹੈ। ਤੇ ਸਤਿਗੁਰਾਂ ਨੇ ਬਾਣੀ ਵਿੱਚ ਪ੍ਰਸ਼ਨ ਵੀ ਕੀਤਾ, ਸਤਿਗੁਰ ਬੋਹਿਤ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ। ਸਤਿਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਤ ਬੈਠਾ ਆਏ। ਗੁਰੂ ਦੇ ਹੁਕਮ ਵਿੱਚ ਚੱਲ ਕੇ ਹੀ ਅਸੀਂ ਇਸ ਤਰ੍ਹਾਂ ਪਰਮੇਸ਼ਰ ਰੂਪੀ ਜਹਾਜ਼ ਵਿੱਚ ਬੈਠ ਕੇ ਆਪਣੇ ਆਪ ਨੂੰ ਪਾਰ ਕਰਾ ਸਕਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੇ 3 ਤਰ੍ਹਾਂ ਦੇ ਜਿਹੜੇ ਬੇੜੇ ਨੇ ਉਹ ਪਾਰ ਕੀਤੇ ਨੇ। ਸਭ ਤੋਂ ਪਹਿਲਾ ਹੈ ਕਿਰਤ ਦਾ ਬੇੜਾ। ਉਹ ਚਾਹੇ ਖੇਤੀ ਹੋਵੇ, ਦੁਕਾਨ ਹੋਵੇ, ਨੌਕਰੀ ਹੋਵੇ, ਵਪਾਰ ਹੋਵੇ। ਜਦੋਂ ਕਿਤੇ ਇਹਨਾਂ ਖੇਤਰਾਂ ਵਿੱਚ ਕੋਈ ਨੁਕਸਾਨ ਹੁੰਦਾ ਹੈ ਨਾ, ਤੇ ਲੋਕ ਕਹਿੰਦੇ ਨੇ ਮਾਲਕਾ ਕਿਰਪਾ ਕਰ, ਆ ਕਿਰਤ ਦਾ ਬੇੜਾ ਪਾਰ ਲੱਗ ਜਾਵੇ। ਦੂਸਰਾ ਸੀ ਧਰਮ ਦਾ ਬੇੜਾ। ਜਦੋਂ ਔਰੰਗਜ਼ੇਬ ਦੇ ਜ਼ੁਲਮ ਰੂਪੀ ਤੂਫਾਨ ਵਿੱਚ ਹਿੰਦੂ ਧਰਮ ਦੀ ਬੇੜੀ ਡੁੱਬਣ ਲੱਗੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸੀਸ ਦਾ ਚੱਪੂ ਲਾ ਕੇ ਉਹਨਾਂ ਦੀ ਬੇੜੀ ਨੂੰ ਪਾਰ ਕਰ ਦਿੱਤਾ। ਤੇ ਤੀਸਰੀ ਬੇੜੀ
साड़ी जीवन दी बेड़ी है जो परमात्मा ते गुरु ने पार करनी है। गुरु तेग बहादुर साहब ने प्रश्न किया, कौन कर्म विद्या कहो कैसी, धर्म कौन फुन करई, कौन नाम गुर जाकै सिमरै, भव सागर को तरई। अगे आप ही उत्तर दिता, कल मैं एक नाम कृपा निध, जाहे जपै गत पावै, नानक भौजल पार परे जो गावै प्रभ के गीत। तू दुनिया दे गीत तां बड़े गाए बड़े सुने ने, कदे परमात्मा दी सिफत सलाह दा गीत, कदे परमात्मा दी कीर्ति रूपी गीत गाया कर, सुनिया कर, परमात्मा दी बंदगी करया कर। जे आ गीत गाउण लग पवेगा, ओदी कीर्ति करन लग पवेगा, ते सचमुच तेरा बेड़ा भव सागर विचों पार हो जाएगा। इसे लिए गुरु अर्जन देव महाराज ने जिहड़े नगर वसाए, उन्हां नगरां दे विचों एक नगर दा नाम तरनताਰਨ भी रखिया कि सचमुच गुरु आप भी तरिया ते सानू भी तारन दी समर्था रखदा है। जो डुबंदे आप तराए किनखे, जिहड़े आप डुबण वाले होण वो दूजियां नूं किवें पार करनगे। उन्हां बारे ते कहा, डूबेगी किश्ती तो डूबेंगे सारे, ना तुम बचोगे ना साथी तुम्हारे। जदों कच्चा पिल्ला कोई पखंडी होवे ते वेखो वो आप ते डुबदा ही है, नाल अपने चेलियां नूं भी डूब दिंदा है। इस करके गरीब नवाज ने सिक्ख्या दित्ती कि ऐसे गुर को बल बल जाइए, आप मुकत मोहे तारे। जिहड़ा आप भी मुकत है, आप भी भव सागर तो तरिया ते सानू भी भव सागर तो तरन दी जुगती दसदा ते फिर पार भी कर दिंदा। कल युग बाबे तारिया, सतनाम पढ़ मंत्र सुनाया। जदों पिता कालू जी ने अखीरले समय गुरु नानक साहब अगे बेनती की, पातशाह कि तुसी सज्जण वर्गे ठग्गां नूं, भूमीए वर्गे चोरां नूं, नूरशाह वर्गी जादूगरनी, बड़े बड़े अपराधी पापियां दे बेड़े पार कर दिते। मैनू भी कोई ऐसा उपदेश दिओ कि मेरे जीवन विचों भी मोह माया दे बंधन टुट जाण ते मैं भी भव सागर तो पार हो जावां। कवि संतोख सिंह होनी लिखते ने श्री नानक प्रकाश ग्रंथ विच कि गुरु नानक साहब जी ने अपने पिता नूं एक जुगती दिती। कहण लगे, पिता जी सुन पित ए मत नौका न्याई, दरब मो जल सरता धाई, जे नौका में जल पर जावै, तत छिन अपने बीच डुबावै। हे पिता, मनुख दी मत एक बेड़ी वत है, जे बेड़ी पानी दे उपर रवेगी ते पार हो जावेगी, ते जे पानी बेड़ी विच पै गया ते उही पानी जिहदे ते बेड़ी ने तरना सी, उहिओ बेड़ी नूं डोबण दा कारण बनदा है। सतगुर खेवट मिलै जे आई, जे किते वड्डे भागां नाल गुरु मला मिल पवे ते सचमुच साडी जीवन रूपी बेड़ी नूं वो पार ला दिंदा है। गरीब नवाज जिथे आप कल युग जहाज अर्जन गुरु ने, उत्थे सानू ये सिक्ख्या दे रहे ने कि हे मेरे मन, मन निर्मल कर्म कर, तारन तरन हर। वो परमात्मा जिहदा नाम भव सागर तो पार करन लई एक जहाज की तरह है। अवर जंजाल तेरा काहू ना काम जियो। होर जिन्ने भी जंजाल ने, जिन्ने भी झंबेले ने ना, ये तेरे किसे काम आउण वाले नहीं। इस करके तू सारे झंबेलियां तो उपर उठ, क्योंकि जो कुछ तू अपना मनी बैठा है ना, जो उपजो सो बिनस है, परो आज कै काल। नानक हर गुण गाए लै, छाड़ सगल जंजाल। ये जंजाल छड़, क्योंकि जो कुछ भी तू वेखदा वो बिनसनहार है। कोई अज बिनस जाना है, किसी ने कल बिनस जाना है, ते किसी ने परसों। जो उपजो सो बिनस है, परो, परो का अर्थ है परसों, आज का अर्थ है अज, काल का अर्थ है कल।
ਇਸ ਕਰਕੇ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਤੂੰ ਇਹ ਜੰਜਾਲ ਛੱਡ ਕੇ ਹਰੀ ਪਰਮਾਤਮਾ ਦੇ ਗੁਣ ਗਾ, ਕਿਉਂਕਿ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜਿਓ। ਇਹ ਹੋਰ ਜੰਜਾਲ, ਹੋਰ ਝੰਬੇਲੇ ਜਿਹੜੇ ਨੇ, ਇਹ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ ਹਨ। ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹੋ ਉਪਦੇਸ਼ ਮੋਕਉ ਗੁਰ ਦੀਨਾ ਜੀਓ। ਪ੍ਰਕਾਸ਼ ਰੂਪੀ ਪਰਮਾਤਮਾ ਨਾਲ ਜੁੜਨਾ ਹੀ ਅਸਲ ਵਿੱਚ ਜੀਵਨ ਹੈ, ਕਿਉਂਕਿ ਜੀਵਨ ਤੋ ਗਨੀਐ ਹਰ ਪੇਖਾ। ਜੀਵਨ ਹੈ ਹੀ ਤਦ ਜਦੋਂ ਅਸੀਂ ਪਰਮਾਤਮਾ ਨੂੰ ਸਿਮਰਦੇ ਹਾਂ। ਆਖਾਂ ਜੀਵਾਂ ਵਿਸਰੈ ਮਰ ਜਾਉ। ਜੀਵਨ ਸੱਚਮੁੱਚ ਜਿਹੜਾ ਗੁਰੂ ਕੀ ਸੰਗਤ ਨਾਲ ਜੁੜ ਗਿਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਸਭ ਕਹਿੰਦੇ ਜੀਵਨ ਦੇਵਾ। ਦੇਵਾ ਦਾ ਅਰਥ ਹੈ ਦੇਵ ਰੂਪੀ ਪ੍ਰਕਾਸ਼ ਰੂਪੀ ਪਰਮਾਤਮਾ, ਜੋ ਦੇਵਾਨ ਦੇਵ ਰਾਜਾਨ ਰਾਜ, ਜਿਹੜਾ ਰਾਜਿਆਂ ਦਾ ਰਾਜਾ ਹੈ, ਦੇਵਤਿਆਂ ਦਾ ਦੇਵਤਾ ਹੈ, ਸਭ ਤੋਂ ਵੱਡਾ ਦੇਵਤਾ ਉਹ ਹੈ ਪਰਮੇਸ਼ਰ। ਤੇ ਸਾਡੇ ਕੋਲ ਜੀਵਨ ਕਦੋਂ ਆਵੇਗਾ? ਜਦੋਂ ਅਸੀਂ ਉਸ ਪ੍ਰਕਾਸ਼ ਰੂਪੀ ਪਰਮਾਤਮਾ ਨਾਲ ਜੁੜਾਂਗੇ। ਜੀਵਨ ਦੇਵਾ ਪਾਰ ਬ੍ਰਹਮ ਸੇਵਾ। ਉਸ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਵਿੱਚ, ਸੇਵਾ ਦਾ ਅਰਥ ਹੈ ਉਹਦੀ ਬੰਦਗੀ ਵਿੱਚ, ਉਹਦੀ ਭਗਤੀ ਵਿੱਚ ਜੁੜਾਂਗੇ। ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹੋ ਉਪਦੇਸ਼ ਮੋਕੋ ਗੁਰ ਦੀਨਾ ਜੀਓ। ਮੇਰੇ ਗੁਰੂ ਨੇ ਮੈਨੂੰ ਇਹ ਉਪਦੇਸ਼ ਦਿੱਤਾ ਹੈ, ਤੇ ਜਿਹੜਾ ਉਪਦੇਸ਼ ਮੇਰੇ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤਾ ਹੈ ਨਾ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਗੁਰ ਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰ ਸਿੱਖ ਕਰਨਾ। ਗੁਰੂ ਦਾ ਇਹ ਉਪਦੇਸ਼ ਹੈ ਕਿ ਜੇ ਸੱਚਮੁੱਚ ਤੂੰ ਜਿਉਂਦਿਆਂ ਵਿੱਚ ਹੋਣਾ, ਮਤ ਜਾਣੋ ਜਗ ਜੀਵਨ ਦਾ, ਦੂਜੈ ਭਾਏ ਮੋਇ ਆਸ। ਮਤਾਂ ਜਾਣੋ ਕਿ ਰੱਬ ਨਾਲੋਂ ਟੁੱਟ ਕੇ, ਜੀਵਨ ਦਾਤੇ ਨਾਲੋਂ ਟੁੱਟ ਕੇ ਕੋਈ ਜਿਉਂਦਾ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਭ ਕਹਿੰਦੇ ਉਹ ਜਿਉਂਦੇ ਨੇ ਜਿਹੜੇ ਜੀਵਨ ਦਾਤੇ ਨਾਲ ਜੁੜ ਗਏ, ਹੋਰ ਕੋਈ ਨਹੀਂ ਜਿਉਂਦਾ। ਤੇ ਜੇ ਕੋਈ ਦਾਵਾ ਕਰੇ ਵੀ ਮੈਂ ਜਿਉਂਦਾ ਹਾਂ, ਤੇ ਸਾਹਿਬ ਕਹਿੰਦੇ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਉਹਦਾ ਜੀਵਨ ਪਤਹੀਣਾ, ਇੱਜ਼ਤਹੀਣਾ। ਤੇ ਜਿਵੇਂ ਜਿਸ ਬੰਦੇ ਦੀ ਕੋਈ ਇੱਜ਼ਤ ਨਾ ਹੋਵੇ, ਉਹ ਕਹਿੰਦਾ ਮੈਂ ਤੇ ਜਿਉਂਦਿਆਂ ਹੀ ਮਰਿਆਂ ਦੇ ਬਰਾਬਰ ਹਾਂ। ਪਹਿਲੀ ਗੱਲ ਤੇ ਉਹ ਜਿਉਂਦੇ ਨਹੀਂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ, ਜੇ ਉਹ ਕਹਿੰਦੇ ਨੇ ਵੀ ਅਸੀਂ ਜਿਉਂਦੇ ਹਾਂ, ਪਤ ਲੱਥੀ ਜਾਏ, ਮਾਲਕ ਤੋਂ ਬਿਨਾ ਉਹਨਾਂ ਦੀ ਪਤ ਕੋਈ ਨਹੀਂ। ਕਿਉਂਕਿ ਤਿੰਨ ਪਤ ਤਿੰਨ ਮਤ ਤਿੰਨ ਧਨ ਪੱਲੇ, ਜਿਨ ਹਿਰਦੈ ਰਹਿਆ ਸਮਾਏ। ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਨਾ, ਉਹਦੀ ਪਤ ਹੈ, ਉਹਦੀ ਸ੍ਰੇਸ਼ਟ ਮਤ ਹੈ, ਉਹੀ ਧਨਵੰਤ ਹੈ। ਉਹਨਾਂ ਨੂੰ ਭਾਵੇਂ ਕੋਈ ਆਖੈ ਭੂਤਨਾ, ਕੋ ਕਹੈ ਬਿਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਉਹਨਾਂ ਦੀ ਇੱਜ਼ਤ ਵਿੱਚ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੂੰ ਕੋਈ ਕੁਰਾਈਆ ਬਤਾਲਾ ਕਹੀ ਜਾਵੇ, ਉਹ ਲੋਕ ਖੁਦ ਕੁਰਾਏ ਪੈ ਜਾਂਦੇ ਨੇ, ਖੁਦ ਬਿਤਾਲੇ ਹੋ ਜਾਂਦੇ ਨੇ। ਪਰ ਉਹਨਾਂ ਦੀ ਇੱਜ਼ਤ ਵਿੱਚ, ਉਹਨਾਂ ਦੀ ਪੱਤ ਵਿੱਚ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਜਿਸ ਪੱਤ ਰਾਖੇ ਸਾਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਇਸ ਲਈ ਗਰੀਬ ਨਵਾਜ ਕਿਰਪਾ ਕਰ ਰਹੇ ਨੇ ਕਿ ਮੈਨੂੰ ਮੇਰੇ ਗੁਰੂ ਨੇ ਇਹ ਉਪਦੇਸ਼ ਦਿੱਤਾ ਹੈ ਕਿ ਸਾਰੇ ਆਸਰੇ ਛੱਡ ਕੇ ਇੱਕ ਪਰਮੇਸ਼ਰ ਦੇ ਨਾਲ ਜੁੜਨਾ ਹੈ। ਇਸ ਸਿਉ ਨਾ ਲਾਈਐ ਹੀਤ, ਜਾ ਕੋ ਕਿਛ ਨਾਹੀ ਬੀਤ। ਅੰਤ ਕੀ ਬਾਰ ਉਹ ਸੰਗ ਨਾ ਚਾਲੈ। ਤਿਸਿਉ ਨਾ ਲਾਈਐ ਹੀਤ, ਕਹਿੰਦੇ ਉਹਦੇ ਨਾਲ ਹਿੱਤ ਜੋੜਨ ਦਾ, ਉਹਦੇ ਨਾਲ ਮੋਹ ਕਰਨ ਦਾ ਕੀ ਫਾਇਦਾ, ਜਿਹਦੀ ਕੋਈ ਪਾਇਆ ਹੀ ਨਹੀਂ ਹੈ। ਕਿਉਂਕਿ ਜਿਹਦੇ ਨਾਲ ਅਸੀਂ ਜੁੜ ਰਹੇ ਹਾਂ ਉਹ ਅੱਜ ਹੈ, ਕੱਲ ਨੂੰ ਨਹੀਂ ਹੈ। ਤੇ ਫਿਰ ਪਰਮਾਤਮਾ ਨੂੰ ਛੱਡ ਕੇ ਜਿਹਦੇ ਨਾਲ ਜੁੜ ਰਹੇ ਹਾਂ, ਅੰਤ ਕੀ ਬਾਰ ਉਹ ਸੰਗ ਨਾ ਚਾਲੈ। ਉਹ ਅੰਤ ਵੇਲੇ ਸਾਡੇ ਨਾਲ
ਨਿਭਣ ਵਾਲਾ ਨਹੀਂ, ਕਿਉਂਕਿ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ। ਜਿਨ੍ਹਾਂ ਨਾਲ ਅਸੀਂ ਹਿੱਤ ਜੋੜਿਆ ਹੁੰਦਾ ਉਹ ਇੱਕ ਖਿੰਨ ਦੇ ਵਿੱਚ ਹੀ ਛੱਡ ਕੇ ਚਲੇ ਜਾਂਦੇ ਨੇ। ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸੈ, ਮਨ ਮੇਰੇ ਇਹ ਸਭ ਆਪਣੇ ਸੁਆਏ ਮਿਲਾਸਾ। ਜਿਤ ਦਿਨ ਉਨਕਾ ਸੁਆਓ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟਕਾਸਾ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ, ਚਹੂ ਦਿਸ ਘੇਰੈ। ਵਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰੈ। ਜਦੋਂ ਵਿਪਤਾ ਆਉਂਦੀ ਹੈ ਤੇ ਸਾਰੇ ਸਾਥ ਛੱਡ ਜਾਂਦੇ, ਪਰ ਕਹਿੰਦੇ ਜੇ ਕਿਤੇ ਉਸ ਵੇਲੇ ਵੀ ਤੈਨੂੰ ਰੱਬ ਚੇਤੇ ਆ ਜਾਵੇ ਨਾ, ਜਾਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਚਿਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਤੀ ਵਾਓ। ਸਭ ਕਹਿੰਦੇ ਉਹ ਫਿਰ ਤੇਰੀ ਰੱਖਿਆ ਕਰਦਾ ਹੈ, ਤੇ ਉਹਨੂੰ ਛੱਡ ਕੇ ਤੂੰ ਜਿਹਦੇ ਨਾਲ ਵੀ ਜੁੜਦਾ, ਅੰਤ ਕੀ ਬਾਰ ਉਹ ਸੰਗ ਨਾ ਚਾਲੈ। ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵੇਂ ਮੂਰਖ ਮਨਾ। ਸੰਗ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਸਾਖਤੀ ਪਾਪ ਕਰ ਕਰ ਵਿਖਿਆ ਧਨ ਸੰਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਈ। ਉਹ ਇੱਕ ਕਦਮ ਵੀ ਨਾਲ ਨਹੀਂ ਤੁਰਦਾ। ਮਨੁੱਖ ਸਾਰਾ ਕੁਝ ਛੱਡ ਕੇ ਫਿਰ ਇਕੱਲਾ ਹੀ ਸੰਸਾਰ ਤੋਂ ਤੁਰਦਾ। ਅਖੀਰ ਵੇਲੇ ਕੇਵਲ ਇੱਕ ਪਰਮੇਸ਼ਰ ਹੀ ਹੈ ਜਿਹੜਾ ਇਹਦੇ ਨਾਲ ਨਿਭਣ ਵਾਲਾ ਹੈ। ਮਨ ਤਨ ਤੂੰ ਆਰਾਧ, ਹਰ ਕੇ ਪ੍ਰੀਤਮ ਸਾਧ। ਜਾ ਕੈ ਸੰਗ ਤੇਰੇ ਬੰਧਨ ਛੂਟੈ। ਇਸ ਲਈ ਤੂੰ ਇਹ ਕਰਿਆ ਕਰ ਵੀ ਮਨ ਤਨ, ਮਨ ਦਾ ਅਰਥ ਹੈ ਮਨ ਵਿੱਚ, ਤੇ ਤਨ ਦਾ ਅਰਥ ਹੈ ਹਿਰਦੇ ਵਿੱਚ। ਮਨ ਨੂੰ ਵੀ ਸਿਹਾਰੀ ਹੈ ਤੇ ਤਨ ਨੂੰ ਵੀ ਸਿਹਾਰੀ ਹੈ। ਮਨ ਤਨ ਤੂੰ ਆਰਾਧ, ਤੂੰ ਆਪਣੇ ਮਨ ਵਿੱਚ, ਆਪਣੇ ਹਿਰਦੇ ਵਿੱਚ ਉਸ ਪਰਮੇਸ਼ਰ ਦੀ ਆਰਾਧਨਾ ਕਰ। ਹਰ ਕੇ ਪ੍ਰੀਤਮ ਸਾਧ, ਜਿਹੜੇ ਪਰਮਾਤਮਾ ਦੇ ਪਿਆਰੇ ਸੰਤ ਜਨ, ਗੁਰਮੁਖ ਪਿਆਰੇ ਗੁਰਸਿੱਖ ਨੇ, ਉਹਨਾਂ ਦੀ ਸੰਗਤ ਵਿੱਚ ਰਿਹਾ ਕਰ। ਕਿਉਂਕਿ ਉਹਨਾਂ ਦੀ ਸੰਗਤ ਵਿੱਚ ਜਾ ਕੇ ਸਾਹਿਬ ਕਹਿੰਦੇ ਫਿਰ ਜਾਕੈ ਸੰਗ ਤੇਰੇ ਬੰਧਨ ਛੂਟੈ। ਉਹਨਾਂ ਦੀ ਸੰਗਤ ਵਿੱਚ ਰਹਿ ਕੇ ਤੇਰੇ ਬੰਧਨ ਜਿਹੜੇ ਨੇ ਇਹਨਾਂ ਤੋਂ ਤੈਨੂੰ ਛੁਟਕਾਰਾ ਮਿਲੇਗਾ। ਤੇ ਜੇ ਤੂੰ ਕਿਸੇ ਹੋਰ ਇਕੱਠ ਵਿੱਚ ਚਲਿਆ ਗਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ। ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਰੱਬ ਨਾਲ ਜੁੜਿਆ ਹੋਇਆਂ ਦੀ ਸੰਗਤ ਕਰੇਗਾ ਤੇ ਜੀਵਨ ਮੁਕਤ ਹੋਵੇਗਾ। ਤੇ ਜੇ ਕਿਤੇ ਪਖੰਡੀਆਂ ਨਾਲ ਜੁੜ ਗਿਆ ਤੇ ਫਿਰ ਜਮਪੁਰੀ ਵੱਲ ਜਾਣਾ ਪਵੇਗਾ। ਕਿਉਂਕਿ ਇੱਕ ਸੰਗਤ ਉਹ ਹੈ ਜਿਹੜੀ ਤੇਰੇ ਬੰਧਨ ਕੱਟਦੀ ਹੈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਲੰਤ ਜਮ ਤਰਾਸ ਮਟਾਈ। ਤੇ ਇੱਕ ਉਹ ਇਕੱਠ ਨੇ ਜਿਨ੍ਹਾਂ ਵਿੱਚ ਜਾ ਕੇ ਜੀਵਨ ਮੈਲੇ ਹੋ ਜਾਂਦੇ ਨੇ, ਜੀਵਨ ਬੇਪਤ ਹੋ ਜਾਂਦੇ ਨੇ, ਜੀਵਨ ਬਰਬਾਦ ਹੋ ਜਾਂਦੇ ਨੇ। ਸਾਹਿਬ ਕਹਿੰਦੇ ਉਸ ਇਕੱਠ ਤੋਂ ਬਚੀ ਜਿਹੜੇ ਜੀਵਨ ਮੈਲੇ ਕੁਚੈਲੇ ਕਰਨ ਵਾਲਾ ਇਕੱਠ ਹੋਵੇ। ਤੇ ਉਸ ਸੰਗਤ ਨਾਲ ਜੁੜੀ ਜਿੱਥੇ ਤੇਰੇ ਜੀਵਨ ਦੀ ਘਾੜਤ ਘੜੀ ਜਾਂਦੀ ਹੋਵੇ। ਇਸੇ ਕਰਕੇ ਸਾਹਿਬ ਜੀ ਨੇ ਸਾਨੂੰ ਇਹ ਪ੍ਰੇਰਨਾ ਕੀਤੀ ਕਿ ਜਿਨ੍ਹਾਂ ਦੀ ਸੰਗਤ ਵਿੱਚ ਜਾ ਕੇ ਤੇਰੇ ਜੀਵਨ ਵਿੱਚੋਂ ਦੁਰਮਤ ਦੇ, ਭੈੜੀ ਮਤ ਦੇ ਬੰਧਨ ਕੱਟੇ ਜਾਣ, ਉਹਨਾਂ ਸੱਜਣਾ ਦੀ ਸੰਗਤ ਵਿੱਚ ਰਹੀਂ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਜਿਨ੍ਹਾਂ ਦੀ ਸੰਗਤ ਵਿੱਚ ਜਾ ਕੇ ਸੱਚਮੁੱਚ ਜੀਵਨ ਪਵਿੱਤਰ ਹੋ ਜਾਵੇ। ਗਹੋ ਪਾਰ ਬ੍ਰਹਮ ਸਰਨ, ਹਿਰਦੈ ਕਮਲ ਚਰਨ। ਅਵਰ ਆਸ ਕਛ ਪਟਲ ਨਾ ਕੀਜੈ। ਇਸ ਲਈ ਤੂੰ ਗਹੋ ਪਾਰ ਬ੍ਰਹਮ ਸ਼ਰਨ, ਸਾਰੇ ਆਸਰੇ ਛੱਡ ਕੇ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ। ਇਸੇ ਲਈ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕਹੇ ਨੇ ਕਿ हे ਮੇਰੇ ਮਾਲਕ, ਸਾਡੇ ਕੋਲ ਵਿਖਾਵੇ ਵਾਲਾ ਕੋਈ ਜਪ ਤਪ ਜਾਂ ਕੋਈ ਸੰਜਮ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਅਸੀਂ ਸਾਰੇ ਆਸਰੇ ਛੱਡ ਕੇ ਤੇਰੀ ਸ਼ਰਨ ਵਿੱਚ ਹਾਂ।
ਤੇ ਹੁਣ ਇੱਕ ਵਿਸ਼ਵਾਸ ਹੈ कि जो शरण आवै तिस कंठ लावै, ये बिरध स्वामी संदा। जो तेरी शरनाई हर जियो तिन तू राखन जोग। भगत सदना जी का एको ही शब्द है गुरु ग्रंथ साहिब विच, ते उन्होंने परमात्मा की शरण की गल की, कहन लगे तव गुण कहाँ जगत गुरा जो कर्म ना नासै, सिंध शरण कत जाइए जो जंबो गरासै। कहते जे शेर की शरण वे जाके गिदड़ां दा ही डर रहा ते फिर शेर की शरण का फायदा की है। प्रभु तेरी शरण विच आउणा, शेर की शरण विच आउणा है, ते तेरे तो बाद फिर सानू किसी होर शक्ति तो डरन की लोड़ नहीं, क्योंकि शेर की शरण वे जाके फिर गिदड़ां का डर खत्म हो जाता है। इस करके गरीब नवाज सिक्ख्या दे रहे ने, गहो पार ब्रह्म शरण। अपनी जिंदगी दे विच पार ब्रह्म परमेश्वर की शरण नू ग्रहण करो। हिरदै कमल चरण, परमात्मा दे कमल सरीखे चरण, क्योंकि कमल का फुल निर्लेपता का, कोमलता का ते पवित्रता का प्रतीक मन्निया गया। वो चिकड़ विच उग के भी निर्लेप रहिंदा है। गुरु ते परमेश्वर दे चरण, रब नाल जुड़न वाले दी जिंदगी बिल्कुल इवें पवित्र हो जाती जिवें चिकड़ विच कमल का फुल उग के निर्लेप रहिंदा है। भवर तुम्हारा ये मन होवो हर चरना होवो कौला। सब कहते उहदे नाल जुड़ जे दे चरण कमल, भाव परमेश्वर की हजूरी, परमेश्वर की जिहड़ी शरण है उहनूं मान, ते जदों उहदे कमल सरीखे चरनां नाल जुड़ेगा, उहदी चरण शरण ग्रहण करेगा। उहदे चरण की ने चित चरण नाम, हिरदे विच उहदा नाम वसा, ये उहदे चरण ने। हिरदै चरण शब्द सतगुर को नानक बांधियो पाल। गुरु का शब्द हिरदे विच वसा, ये गुरु दे चरण ने। आ जदों चरण शरण अपने जीवन विच ग्रहण करेगा, ते नाल एक चेता रखी कि अवर आस कश पटल ना कीजै। किसे होर दी आस ना रखी, किसे होर दा आसरा अपनी जिंदगी विच ना तकी, क्योंकि सारी आस छड्ड के केवल एक परमेश्वर उपर आस रख। एक ऊपर जिस जन की आसा, तिस की कटिया जम की फासा। जिहदी एक दे उपर आस है, उहदी जम दी फाई कटी जांदी है। सोई भगत ज्ञानी ध्यानी तपा सोई, नानक जा कौ किरपा कीजै। हे नानक, जिहदे ते परमेश्वर किरपा कर दिंदा है, उन्नू ही आपां ज्ञानवान कह सकते हैं, उन्नू ही ध्यान जोड़न वाला कह सकते हैं। असल विच उही सब तो वड्डा तपा है। ते उवें जे आपां परमेश्वर नाल नहीं जुड़े ते साहब कहंदे क्या जप, क्या तप, क्या व्रत पूजा, जांकै हृदय भाव है दूजा। तू किहड़ा जप कीता, किहड़ा तप साधिया, तेरे हिरदे विच तां परमेश्वर वसिया ही नहीं। जप ते उहदा करना सी, बंदगी तां उहदी करनी सी। सचमुच जे उहदे नाल जुड़ जावेगा, उहदी किरपा दा पात्र बन जावेगा। यही असल विच सब कहंदे ने जीवन दे विच असल ज्ञानी बनना, असल ध्यान जोड़न वाला बनना, ते यही असल तप है। पुठे लटक के तप करन वाला तप गुरमत ने प्रवान नहीं किया। गुरमत आखदी है गुर सेवा तपां सिर तप सार। गुरु की सेवा, परमेश्वर का सिमरन, ये तपां सिर तप सार है। यही सानू बंधना तो मुक्त करन वाला है। शास्त्रकारां ने 4 तरह की मुक्ति दसी। मैं कह के समाप्ति करा कि जदों गुरु नाल परमेश्वर नाल जुड़ांगे तो चारे मुक्तियां किवें मिलदियां ने। सब तो पहली मुक्ति है सजुसै मुक्ति, मालक दा अंग हो जाना। सब कहते खालसा मेरो मुख है अंगा। सजुसै मुक्ति दे दी गुरु ने भी अमर छक कि तू मेरा अंग बन जावेगा। जेड़ा सचमुच गुरु का अंग बन गया, लैने से अंगद किया, नाम तो लैना सी, गुरु का अंग बन गया ते अंगद की पदवी मिल गई। ते साहब ने कहा सी खालसा गुरु है, गुरु खालसा करूं मैं अब, जैसे गुरु नानक जी अंगद को कीन्यो। शास्त्रकारां ने पहली मुक्ति दसी सजुसै मुक्ति, मालक का अंग होना। साहब कहते खालसा मेरो मुख है अंगा।
ਦੂਸਰੀ ਮੁਕਤੀ ਹੈ ਸਮੀਪੈ ਮੁਕਤੀ, ਮਾਲਕ ਦੀ ਨੇੜਤਾ ਹਾਸਲ ਕਰ ਲੈਣੀ। ਸਭ ਕਹਿੰਦੇ ਖਾਲਸੇ ਕੇ ਹਉ ਸਦ ਸਦ ਸੰਗਾ, ਖਾਲਸਾ ਦੇ ਮੈਂ ਸਦਾ ਨੇੜੇ ਆ, ਅੰਗ ਸੰਗ। ਤੀਸਰੀ ਮੁਕਤੀ ਸੀ ਸਰੂਪੈ ਮੁਕਤੀ, ਮਾਲਕ ਦਾ ਰੂਪ ਹੋ ਜਾਣਾ। ਸਭ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰਾ ਖਾਸ ਰੂਪ ਹੈ। ਤੇ ਚੌਥੀ ਮੁਕਤੀ ਸੀ ਸਲੋਕੈ ਮੁਕਤੀ, ਮਾਲਕ ਦੇ ਲੋਕ ਨਾਲ ਜੁੜ ਜਾਣਾ। ਸਾਹਿਬ ਕਹਿੰਦੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਨਿਰੰਕਾਰ ਕੈ ਦੇਹ ਜਾਹੇ ਤਾਂ ਸੁਖ ਲਹੈ ਮਹੱਲ, ਉਹੀ ਮਨੁੱਖ ਗਿਆਨੀ ਹੈ, ਉਹੀ ਧਿਆਨ ਜੋੜਨ ਵਾਲਾ, ਉਹੀ ਤਪ ਹੈ ਜਿਹੜਾ ਪਰਮੇਸ਼ਰ ਨਾਲ ਜੁੜ ਜਾਂਦਾ ਹੈ। ਉਹਨੂੰ ਅਸੀਂ ਜੀਵਨ ਮੁਕਤ ਕਹਿ ਸਕਦੇ ਹਾਂ। ਗਰੀਬ ਨਵਾਜ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਹਿਰਦਿਆਂ ਵਿੱਚ ਵਸ ਜਾਵੇ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਗਹੋ ਪਾਰ ਬ੍ਰਹਮ ਸਰਨ, ਹਿਰਦੈ ਕਮਲ ਚਰਨ, ਅਵਰ ਆਸ ਕਛ ਪਟਲ ਨਾ ਕੀਜੈ। ਸੋਈ ਭਗਤ ਗਿਆਨੀ ਧਿਆਨੀ, ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।